ਛੱਡ ਕੇ ਪੂਜਣਾ ਬੁੱਤ ਤੇ ਢੇਰੀਆਂ ਨੂੰ, ਪੂਜਾ ਪੁਰਖ ਅਕਾਲ ਦੀ ਕਰਿਆ ਕਰ। ਸਿੱਖ ਵੱਲ ਕੋਈ ਇਲਾਹੀ ਇਬਾਦਤ ਦਾ, ਟਿੰਡਾ ਸਾਧੀਆਂ ਨਾਮ ਨਾਲ ਭਰਿਆ ਕਰ। ਗਿਆਨ ਗੁਣਾਂ ਨੂੰ ਕਰਕੇ ਸੰਗੀ ਆਪਣੇ, ਦਰ ਜਾ ਹਜੂਰ ਦੇ ਖੜਿਆ ਕਰ। ਇਬਾਦਤ ਜਿਸ ਦੀ ਫਰਸ਼ਾਂ ਤੋਂ ਖੜੇ ਅਰਸ਼ੀ ਅਮਨ, ਧਿਆਨ ਉਸ ਮੂਲ ਪੁਰਖ ਦਾ ਧਰਿਆ ਕਰ। ਧਿਆਨ ਉਸ ਮੂਲ ਪੁਰਖ ਦਾ ਧਰਿਆ ਕਰ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਇਲਾਹੀ ਇਬਾਦਤ। ਗੁਰੂ ਗੁਰਬਾਣੀ ਫੁਰਮਾਨ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਕਾਇਆ ਰੂਪ ਤੱਤਾਂ ਵਿੱਚ ਵਸੀ, ਆਤਮ ਰੂਪ ਜੋਤ ਕਰਕੇ ਜੀਵ ਪਰਮਾਤਮ ਦੀ ਅੰਸ਼ ਹੈ। ਇਸ ਲਈ ਜੀਵ ਅੰਦਰ ਆਪਣੇ ਮੂਲ ਨਾਲ ਮਿਲਾਪ ਹਾਸਲ ਕਰਨ ਦੀ ਇੱਕ ਗੁਪਤ ਰੂਪ ਚਾਹਤ ਜ਼ਰੂਰ ਸੁਲਗਦੀ ਹੈ, ਪਰ ਇਨਸਾਨ ਦਾ ਸੰਸਾਰੀ ਤਵਾਰੀਕਾਂ ਵੱਲ ਵਧਿਆ ਲਗਾਓ ਇਸ ਨੂੰ ਉਸ ਗੁਪਤ ਰੂਪ ਚਾਹਤ ਤੱਕ ਅਪੜਨ ਹੀ ਨਹੀਂ ਦਿੰਦਾ। ਅਸੀਂ ਸਭ ਨੇ ਪਾਣੀ ਦੇ ਨਿਵਾਣਾਂ ਵੱਲ ਵਹਿੰਦੇ ਰੁੱਖ ਨੂੰ ਤੇ ਅੱਗ ਦੇ ਉੱਪਰ ਵੱਲ ਚੁੱਕੇ ਮੁੱਖ ਨੂੰ ਸਿੱਧ ਕਰਦੀ ਇੱਕ ਗੱਲ ਸੁਣੀ ਹੋਵੇਗੀ ਕਿ ਹਰ ਚੀਜ਼ ਅੰਦਰ ਆਪਣੇ ਮੂਲ ਵੱਲ ਦੀ ਸੁਭਾਵਕ ਖਿੱਚ ਹੁੰਦੀ ਹੈ, ਤੇ ਫਿਰ ਉਹ ਸੁਭਾਵਕ ਖਿੱਚ ਜਦੋਂ ਇਨਸਾਨ ਨੂੰ ਆਪਣੇ ਆਤਮ ਰੂਪ ਦੇ ਮੂਲ ਪਰਮਾਤਮ ਸਰੂਪ ਵੱਲ ਖਿੱਚਦੀ ਹੈ ਤਾਂ ਇਸ ਦੇ ਅੰਦਰ ਮੂਲ ਮਿਲਾਪ ਦੀ ਗੁਪਤ ਰੂਪ ਚਾਹਤ ਉਤੇਜਿਤ ਹੋਣ ਲੱਗਦੀ ਹੈ। ਤੇ ਫਿਰ ਜਦ ਕਦੀ ਵੀ ਜੀਵ ਅੰਦਰ ਰੱਬੀ ਮਿਲਾਪ ਦੀ ਚਾਹਤ ਨੇ ਜ਼ੋਰ ਫੜਿਆ, ਜੀਵ ਅੰਦਰ ਮੂਲ ਮਿਲਾਪ ਦੀ ਚਾਹਤ ਦਾ ਕੋਈ ਕਿਨਕਾ ਜਾਗਰਤ ਹੋਇਆ, ਤਦ ਹੀ ਜੀਵ ਨੇ ਉਸ ਮਿਲਾਪ ਨੂੰ ਹਾਸਲ ਕਰਨ ਲਈ ਕਈ ਹੀਲੇ ਵਸੀਲੇ ਖੋਜੇ, ਕਈ ਰਾਹ ਰਸਤੇ ਅਪਣਾਏ, ਜਿਨ੍ਹਾਂ ਰਾਹੀਂ ਇਸ ਦਾ ਮਿਲਾਪ ਆਪ ਦੇ ਮੂਲ ਆਪ ਦੇ ਮੁੱਢ ਪਰਮ ਪਿਤਾ ਪਰਮਾਤਮਾ ਨਾਲ ਹੋ ਜਾਂਦਾ, ਕਿਉਂਕਿ ਰਾਹ ਰਸਤੇ ਹੀ ਤਾਂ ਮੰਜ਼ਲ ਸਰ ਕਰਵਾਉਣ ਦਾ ਸਬੱਬ ਖੱਟਦੇ ਹਨ। ਸੋ ਅੱਜ ਦੇ ਸੁਗੜ ਵਿਚਾਰ ਜ਼ਰੀਏ ਅਸੀਂ ਜੀਵ ਵੱਲੋਂ ਅਪਣਾਏ ਜਾਂਦੇ ਭਾਂਤ ਪ੍ਰਕਾਰ ਦੇ ਹੀਲੇ ਵਸੀਲਿਆਂ 'ਚੋਂ ਇੱਕ ਹੀਲੇ ਦਾ ਜ਼ਿਕਰ ਕਰਨ ਲੱਗੇ ਹਾਂ, ਜੋ ਵਸੀਲਾ ਬਣ ਜੀਵ ਦਾ ਵਸਲ ਆਪ ਦੇ ਮੂਲ ਨਾਲ ਕਰਵਾ ਦਿੰਦਾ ਹੈ, ਤੇ ਉਹ ਹੀਲਾ ਹੈ ਬੰਦਗੀ ਇਬਾਦਤ। ਇਬਾਦਤ ਰੂਹ ਦੇ ਤਲ ਤੋਂ ਮਾਲਕ ਨਾਲ ਪਰਮਾਤਮਾ ਨਾਲ ਜੁੜਨ ਦਾ ਇੱਕ ਸਾਧਨ ਹੈ, ਕਿਉਂਕਿ ਆਪਣੇ ਮੁੱਢ ਮੂਲ ਤੋਂ ਦੂਰ ਇੱਥੇ ਇਸ ਸੰਸਾਰੀ ਲੋਕ ਵਿੱਚ ਰਹਿੰਦਿਆਂ ਬੰਦਗੀ ਇਬਾਦਤ ਹੀ ਇੱਕ ਐਸਾ ਜ਼ਰੀਆ ਹੈ ਜੋ ਸਾਨੂੰ ਸੰਸਾਰੀ ਜੀਵਾਂ ਨੂੰ ਨਿਰੰਕਾਰ ਨਾਲ ਜੋੜਦਾ ਹੈ। ਇਬਾਦਤ ਕਰਨ ਦਾ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਕੋਈ ਗਾ ਕੇ ਇਬਾਦਤ ਕਰਦਾ ਹੈ, ਕੋਈ ਧਿਆ ਕੇ, ਕੋਈ ਨੱਚ ਕੇ ਇਬਾਦਤ ਕਰਦਾ ਹੈ, ਤੇ ਕੋਈ ਸ਼ਾਂਤ ਸਹਿਜ ਮੁਦਰਾ ਵਿੱਚ ਬੈਠ ਕੇ, ਕੋਈ ਚਾਹ ਕੇ ਇਬਾਦਤ ਕਰਦਾ ਹੈ, ਤੇ ਕੋਈ ਪਾ ਕੇ। ਆਪਣੀ ਸਮਝ ਸੋਚ ਮੁਤਾਬਕ, ਆਪਣੇ ਅੰਦਰੋਂ ਉੱਠੇ ਪ੍ਰੇਮ ਭਾਵਾਂ ਮੁਤਾਬਕ, ਆਪਣੇ ਅਹਿਸਾਸਾਂ ਮੁਤਾਬਕ ਹਰ ਇੱਕ ਇਨਸਾਨ ਦਾ ਇਬਾਦਤ ਕਰਨ ਦਾ ਤਰੀਕਾ ਆਪਣਾ ਹੁੰਦਾ ਹੈ। ਜੇ ਵੇਖਿਆ ਜਾਵੇ ਤਾਂ ਮੁੱਢ ਕਦੀਮ ਤੋਂ ਅਧਿਆਤਮਕਵਾਦ ਦੀ ਰੂਹਾਨੀ ਸੂਝ-ਬੂਝ ਅੰਦਰ ਸੁਲਝੇ ਹੋਏ ਰੂਹਾਨੀ ਜੀਵਾਂ ਵੱਲੋਂ ਇਬਾਦਤ ਦੀ ਫਿਲਾਸਫੀ 'ਤੇ ਬੜੀ ਗਹਿਰੀ ਤਵੱਜੋ ਦਿੱਤੀ ਗਈ ਹੈ। ਜੀਵਾਂ ਨੂੰ ਇਲਾਹੀ ਇਬਾਦਤ ਵਾਲੇ ਭਗਤੀ ਵਾਲੇ ਪੰਧ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ, ਕਿਉਂਕਿ ਇਨਸਾਨ ਲਈ ਜੀਵਨ ਦੇ ਉਧਾਰ ਵਾਸਤੇ ਇਹ ਬੇਹੱਦ ਲੋੜੀਂਦਾ ਪਹਿਲੂ ਮੰਨਿਆ ਜਾਂਦਾ ਹੈ। ਰੱਬੀ ਰਹਿਬਰਾਂ ਨੇ ਵੀ ਸਾਨੂੰ ਜੀਵਾਂ ਨੂੰ ਆਪਣੀਆਂ ਰੂਹਾਨੀ ਤਕੀਦਾਂ ਤਜਵੀਜ਼ਾਂ ਨਾਲ ਇਬਾਦਤ ਕਰਨ ਦੀ, ਭਗਤੀ ਕਰਨ ਦੀ ਚੇਟਕ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀਆਂ ਅਨੇਕਾਂ ਉਦਾਹਰਨਾਂ ਸਾਨੂੰ ਪੁਰਾਤਨ ਕਥਾ ਕਹਾਣੀਆਂ ਵਿੱਚੋਂ ਸੁਣਨ ਨੂੰ ਮਿਲਦੀਆਂ ਹਨ। ਪਰ ਹੁਣ ਮਸਲਾ ਇਹ ਹੈ ਕਿ ਇਬਾਦਤ ਹੋਵੇ ਕਿਸ ਤਰ੍ਹਾਂ। ਇਬਾਦਤ ਕਰਨੀ ਸਾਡੇ ਲਈ ਜ਼ਰੂਰੀ ਹੈ। ਬੰਦਗੀ ਇਬਾਦਤ ਕਰਨ ਨਾਲ ਸਾਡੇ ਜੀਵਾਂ ਦਾ ਉਧਾਰ ਹੁੰਦਾ ਹੈ। ਜਿੱਥੇ ਇਹ ਸਭ ਸਮਝ, ਇਹ ਸਭ ਗੱਲਾਂ ਸਾਨੂੰ ਗੁਰੂ ਗੁਰਬਾਣੀ ਨੇ ਦੱਸੀਆਂ ਹਨ, ਉੱਥੇ ਹੀ ਗੁਰੂ ਗੁਰਬਾਣੀ ਨੇ ਸਾਨੂੰ ਬੰਦਗੀ ਇਬਾਦਤ ਕਰਨ ਦਾ, ਭਗਤੀ ਕਰਨ ਦਾ ਰਾਹ ਰਸਤਾ ਵੀ ਦੱਸਿਆ ਹੈ। ਗੁਰੂ ਗੁਰਬਾਣੀ ਫੁਰਮਾਨ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਇਬਾਦਤ ਨਹੀਂ ਹੁੰਦੀ। ਉਸ ਸਮਰੱਥ ਪੁਰਖ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਇਬਾਦਤ ਗੁਣਾਂ ਨਾਲ ਹੀ ਹੁੰਦੀ ਹੈ, ਕਿਉਂਕਿ ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਹੀ ਨਹੀਂ। ਗੁਰੂ ਗੁਰਬਾਣੀ ਫੁਰਮਾਨ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਜਿਹੜਾ ਸ਼ਕਲਾਂ ਆਕਾਰਾਂ ਤੋਂ ਲਾਂਭੇ ਹੈ, ਉਸ ਨਿਰਾ ਆਕਾਰ ਹਸਤੀ ਦਾ ਧਿਆਨ ਗੁਣਾਂ ਦਾ ਹੈ, ਤੇ ਫਿਰ ਉਸ ਨਿਰਾ ਆਕਾਰ ਗੁਣਦਾਇਕ ਸਰੂਪ ਦੀ ਇਬਾਦਤ ਵੀ ਗੁਣਾਂ ਦੀ ਹੈ।
ਅਸਲੀਅਤ ਵਿੱਚ ਰੱਬੀ ਮਿਲਾਪ ਦੇ ਰਾਹ ਤੁਰਨ ਦੀ, ਸੇਵਾ ਸਿਮਰਨ, ਪੂਜਾ ਪਾਠ, ਬੰਦਗੀ, ਇਬਾਦਤ ਦੀ ਸ਼ੁਰੂਆਤ ਹੀ ਸਤਿਗੁਣਾਂ ਤੋਂ ਹੁੰਦੀ ਹੈ। ਵੱਖ-ਵੱਖ ਤੱਤਾਂ ਦੀ ਸਮੂਹਕ ਹੋਂਦ ਦਾ ਪਦਾਰਥਕ ਰੂਪ ਇਸ ਮਟੀਰੀਅਲਿਸਟਿਕ ਦੁਨੀਆ ਦਾ ਮਟੀਰੀਅਲ ਰੂਪ ਕਿਸੇ ਵੀ ਹਾਲ ਪਰਮਾਤਮਾ ਤੱਕ ਨਹੀਂ ਪਹੁੰਚਦਾ। ਉਸ ਪਰਮ ਪਿਤਾ ਪਰਮਾਤਮਾ ਤੱਕ ਸਿਰਫ ਸਤਿਗੁਣ ਪਹੁੰਚਦੇ ਹਨ, ਉਸ ਨੂੰ ਉਸ ਦੇ ਗੁਣ ਭਾਉਂਦੇ ਹਨ। ਗੁਰੂ ਗੁਰਬਾਣੀ ਫਰਮਾਨ ਹੈ, ਹਰ ਕੇ ਗੁਣ ਹਰ ਭਾਵੰਦੇ। ਤੇ ਜਦੋਂ ਜੀਵ ਹੱਕ, ਸੱਚ, ਸਬਰ, ਸੰਤੋਖ, ਨਿਰਮਲਤਾ, ਸ਼ੁੱਧਤਾ, ਪਵਿੱਤਰਤਾ ਵਰਗੇ ਖਾਲਸਤਾਈ ਗੁਣ ਕਮਾ ਲੈਂਦਾ ਹੈ, ਇਲਾਹੀ ਰਾਜ ਦੇ ਰਾਜ, ਰਜਾ ਵਰਗੇ, ਪ੍ਰੇਮ ਵਰਗੇ ਨਿਆਮਤ ਰੂਪ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਤਾਂ ਜਾ ਕੇ ਜੀਵ ਦੀ ਇਬਾਦਤ ਦਾ ਮੁੱਢ ਬੱਝਦਾ ਹੈ ਤੇ ਜੀਵ ਦੀ ਕੀਤੀ ਇਬਾਦਤ ਕਬੂਲ ਹੁੰਦੀ ਹੈ। ਸੋ ਇਲਾਹੀ ਇਬਾਦਤ ਇਲਾਹੀ ਮਰਤਬੇ ਨੂੰ, ਮੰਜ਼ਲੇ ਮਕਸੂਦ ਨੂੰ ਹਾਸਲ ਕਰਨ ਦਾ ਸਭ ਤੋਂ ਸੁਖਾਲਾ ਤੇ ਮਹੱਤਵਪੂਰਨ ਰਾਹ ਰਸਤਾ ਹੈ। ਇਸ ਲਈ ਇਸ ਰਸਤੇ 'ਤੇ ਪੈਰ ਧਰਨ ਤੋਂ ਪਹਿਲਾਂ ਕੋਸ਼ਿਸ਼ ਕਰੀਏ ਕਿ ਇਸ ਰਸਤੇ ਦੇ ਭਾਵ ਕਿ ਇਬਾਦਤ ਦੇ ਸਦਗੁਣੀ ਅਸੂਲਾਂ, ਦਸਤੂਰਾਂ ਵਾਲੇ ਅਸੂਲਨ ਨਿਯਮਾਂ ਨੂੰ ਜਾਣ ਲਈਏ ਤੇ ਖੁਦ ਨੂੰ ਖੁਦਾਈ ਦੇ ਪ੍ਰੇਮ ਰੰਗਾਂ ਵਿੱਚ ਢਾਲ ਲਈਏ। ਖੁਦਾ ਨਾਲ ਖੁਦ ਦੇ ਖੁਦਾਈ ਨਾਤੇ ਦੇ ਅਹਿਸਾਸ ਨੂੰ ਮਾਣ ਲਈਏ, ਕਿਉਂਕਿ ਅਹਿਸਾਸਾਂ ਤੋਂ, ਪ੍ਰੇਮ ਤੋਂ ਤੇ ਗੁਣਾਂ ਤੋਂ ਸੱਖਣੀ ਨਾ ਤਾਂ ਇਬਾਦਤ ਉੱਥੇ ਪਹੁੰਚ ਸਕਦੀ ਹੈ ਤੇ ਨਾ ਹੀ ਇਬਾਦਤ ਕਰਤਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।